ਜੀਤ ਗਰੇਵਾਲ ਸੀ, ਉਹਨੇ ਇੱਕ ਦਿਨ ਲੱਖੋਵਾਲ ਸਾਹਿਬ ਨੂੰ ਚੈਲੰਜ ਕੀਤਾ ਸੀ, ਪਰ ਮੈਂ ਅੱਜ ਖੁੱਲ੍ਹਾ ਚੈਲੰਜ ਕਰਦਾ ਤੁਹਾਡੇ ਚੈਨਲ ਦੇ ਥਰੂ, ਸਮਾਂ ਵੀ ਉਹਦਾ, ਟਾਈਮ ਵੀ ਉਹਦਾ, ਡਾਂਗ ਮੇਰੀ ਹੋਊਗੀ। ਸਾਰੇ ਪੂਰੇ ਭਾਰਤ ਦੇ ਵਿੱਚ ਇਹ ਝੰਡੇ ਲਹਿਰਾਉਣਗੇ ਔਰ ਮੋਦੀ ਸਰਕਾਰ ਦਾ ਵਿਰੋਧ ਕਰਨਗੇ। ਬੇਸ਼ਰਮੀ ਦੀ ਵੀ ਹੱਦ ਹੁੰਦੀ ਆ, ਤੇ ਜੇ ਸਰਕਾਰ ਹੱਦ ਵੀ ਪਾਰ ਕਰਦੀ ਗੱਲ ਵੱਖਰੀ ਆ, ਪਰ ਬਹੁਤ ਵੱਡਾ ਵਿਰੋਧ ਆ। ਪਿੰਡਾਂ ਦੇ ਵਿੱਚ ਵੋਟ ਤਾਂ ਕੀ ਪੈਣੀ ਆ, ਪਹਿਲਾਂ ਉਹਨਾਂ ਨੂੰ ਸਵਾਲਾਂ ਦੇ ਜਵਾਬ ਹੀ ਨਹੀਂ ਦੇ ਹੋਣੇ। ਸਾਡੇ 5 ਸਾਲ ਦਾ ਬੱਚਾ ਉਹਨਾਂ ਨੂੰ ਸਵਾਲ ਪੁੱਛੂਗਾ, ਉਹਨਾਂ ਨੂੰ ਕੋਈ ਜਵਾਬ ਨਹੀਂ ਆਊਗਾ। ਤੇ ਵਿਰੋਧ ਦੇ ਵਿੱਚ ਅੱਜ ਕੋਈ ਇਦਾਂ ਦਾ ਘਰ ਨਹੀਂ ਹੈਗਾ ਜਿਹਨੇ ਕਾਲਾ ਝੰਡਾ ਨਹੀਂ ਲਹਿਰਾਇਆ। ਇਹਦੇ ਵਿੱਚ ਇੱਕ ਤਾਂ ਮੈਂ ਮੋਦੀ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਜਿਹੜਾ ਤੂੰ ਪੰਜਾਬ ਸੁੱਤਾ ਪਿਆ ਸੀਗਾ, ਉਹ ਅੱਜ ਪੰਜਾਬ ਜਗਾਤਾ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਹੋ, ਮੈਂ ਹਾਂ ਸੁਖਵਿੰਦਰ ਸਿੰਘ। ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਨੂੰ ਅੱਜ ਲਗਭਗ 6 ਮਹੀਨੇ ਹੋ ਚੁੱਕੇ ਨੇ ਤੇ ਅੱਜ ਦੇ ਦਿਹਾੜੇ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਾਲਾ ਦਿਹਾੜਾ ਮਨਾਉਣ ਦੀ ਇੱਕ ਕਾਲ ਦਿੱਤੀ ਗਈ ਹੈ, ਜਿਸ ਦੇ ਤਹਿਤ ਕਿਸਾਨਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਲਗਾ ਕੇ ਸਰਕਾਰ ਦੇ ਖਿਲਾਫ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ। ਅਸੀਂ ਜਲੰਧਰ ਦੇ ਪਿੰਡ ਕਿਸ਼ਨਗੜ੍ਹ ਦੇ ਵਿੱਚ ਮੌਜੂਦ ਹਾਂ। ਤੁਸੀਂ ਦੇਖ ਰਹੇ ਹੋ ਕਿ ਇੱਕ ਕਾਲਾ ਝੰਡਾ ਇਸ ਘਰ ਦੇ ਉੱਤੇ ਲਹਿਰਾਇਆ ਗਿਆ। ਤਾਂ ਪਿੰਡ ਦੀ ਤਸਵੀਰ ਇੱਕ ਵਾਰ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ। ਹਰ ਘਰ ਦੀ ਛੱਤ ਦੇ ਉੱਤੇ ਕਾਲੇ ਝੰਡੇ ਲਗਾ ਕੇ ਸਰਕਾਰ ਦੇ ਖਿਲਾਫ ਸਿੱਧੇ ਤੌਰ ਦੇ ਉੱਤੇ ਰੋਸ ਜਤਾਇਆ ਜਾ ਰਿਹਾ ਹੈ। 6 ਮਹੀਨੇ ਹੋ ਚੁੱਕੇ ਨੇ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠੇ ਨੂੰ, ਪਰ ਸਰਕਾਰ ਅਜੇ ਤੱਕ ਵੀ ਟਸ ਤੋਂ ਮਸ ਨਹੀਂ ਹੋਈ ਹੈ। ਤਾਂ 6 ਮਹੀਨੇ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਕੱਲ੍ਹ ਦੇ ਵਾਸਤੇ ਕੱਲ੍ਹ ਇੱਕ ਕਾਲ ਦਿੱਤੀ ਗਈ ਸੀ ਵੀ ਅੱਜ ਦੇ ਦਿਹਾੜੇ 'ਤੇ ਕਾਲਾ ਦਿਵਸ ਮਨਾਉਂਦੇ ਹੋਏ ਘਰਾਂ ਦੀਆਂ ਛੱਤਾਂ ਦੇ ਉੱਤੇ ਕਾਲੇ ਝੰਡੇ ਲਗਾ ਕੇ ਜਿਹੜਾ ਹੈ ਇਸ ਰੋਸ ਨੂੰ ਜ਼ਾਹਰ ਕੀਤਾ ਜਾਵੇਗਾ। ਤਾਂ ਇੱਕ ਪਾਸੇ ਜਿੱਥੇ ਘਰਾਂ ਦੇ ਉੱਤੇ ਤੁਸੀਂ ਕਾਲੇ ਝੰਡੇ ਲੱਗੇ ਦੇਖ ਰਹੇ ਹੋ, ਤਾਂ ਦੂਸਰੇ ਪਾਸੇ ਕੁਝ ਨੌਜਵਾਨ ਬਿਲਕੁਲ ਤਿਆਰੀ ਕਰ ਰਹੇ ਨੇ, ਜਿਹੜੇ ਘਰਾਂ ਦੇ ਉੱਤੇ ਆ, ਛੱਤਾਂ ਦੇ ਉੱਤੇ ਆਪਣੇ ਕਾਲੇ ਝੰਡੇ ਬਣ ਰਹੇ ਨੇ। ਸਾਡੇ ਨਾਲ ਕਿਸ਼ਨਗੜ੍ਹ ਤੋਂ ਹੀ ਭਾਈ ਸਾਹਿਬ ਮੌਜੂਦ ਨੇ, ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਵੀ ਨੇ। ਪ੍ਰਧਾਨ ਜੀ, ਅੱਜ ਕਾਲ ਜਿਹੜੀ ਸੀਗੀ ਦਿੱਤੀ ਗਈ ਸੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ, ਕਿਵੇਂ ਦੇਖ ਰਹੇ ਹੋ, ਕਿੱਦਾਂ ਦਾ ਉਤਸ਼ਾਹ ਹੈ? ਔਰ ਛੱਤਾਂ ਦੇ ਉੱਤੇ ਕਾਲੇ ਝੰਡੇ ਤੁਸੀਂ ਵੀ ਲਗਾਇਆ ਔਰ ਲੋਕ ਵੀ ਲਗਾ ਰਹੇ ਨੇ ਤੁਹਾਡੇ ਪਿੰਡ 'ਚ। ਦੇਖੋ ਜੀ, ਸਾਡੇ ਇਕੱਲੇ ਸਾਡੇ ਪਿੰਡ 'ਚ ਹੀ ਨਹੀਂ, ਸਾਰੇ ਪੂਰੇ ਭਾਰਤ ਦੇ ਵਿੱਚ ਇਹ ਝੰਡੇ ਲਹਿਰਾਉਣਗੇ ਔਰ ਮੋਦੀ ਸਰਕਾਰ ਦਾ ਵਿਰੋਧ ਕਰਨਗੇ। ਅੱਜ ਦੀ ਕਾਲ ਨੂੰ ਹੁੰਗਾਰਾ ਕਿੱਦਾਂ ਦਾ ਤੁਸੀਂ ਦੇਖ ਰਹੇ ਹੋ? ਤੁਹਾਡਾ ਪਿੰਡ ਤਾਂ ਪੂਰੀ ਘਰਾਂ ਦੇ ਉੱਤੇ ਨੌਜਵਾਨਾਂ ਦੇ ਵੱਲੋਂ, ਬਜ਼ੁਰਗਾਂ ਦੇ ਵੱਲੋਂ ਆਪਾਂ ਦੇਖਿਆ ਵੀ ਲਗਾਤਾਰ ਝੰਡੇ ਘਰਾਂ ਦੀਆਂ ਛੱਤਾਂ ਦੇ ਉੱਤੇ ਲਹਿਰਾਏ ਜਾ ਰਹੇ ਨੇ। ਮੈਂ ਕਿਹਾ ਜੀ ਬਹੁਤ ਵਧੀਆ, ਸਾਰੇ, ਔਰ ਇਕੱਲਾ ਪਿੰਡ ਹੀ ਨਹੀਂ ਸਾਡਾ, ਮੈਨੂੰ ਇਲਾਕੇ ਦੇ ਵਿੱਚੋਂ ਬਹੁਤ ਫੋਨ ਆ ਰਿਹਾ ਕਿ ਪ੍ਰਧਾਨ ਜੀ ਕਿੰਨੇ ਕੁ ਝੰਡੇ ਤਿਆਰ ਹੋ ਗਏ, ਅਸੀਂ ਲੈਣ ਆਈਏ, ਔਰ ਲੈ ਕੇ ਜਾ ਰਹੇ ਨਾਲ ਹੀ, ਤੇ ਲੈ ਕੇ ਜਾ ਕੇ ਤੇ ਲਾ ਰਹੇ। ਅੱਜ ਦੇ ਦਿਨ ਦਾ ਉਤਸ਼ਾਹ ਪੂਰਾ ਸੀਗਾ। ਜਿਸ ਤਰੀਕੇ ਦੇ ਨਾਲ ਤੁਸੀਂ ਪਿਛਲੇ ਹਫਤੇ ਤੋਂ ਤਿਆਰੀ ਕੀਤੀ, ਝੰਡੇ ਤਿਆਰ ਕਰਕੇ ਕੱਲ੍ਹ ਸ਼ਾਮ ਦੇ ਵੰਡ ਵੀ ਦਿੱਤੇ ਲੋਕਾਂ ਨੂੰ, ਤਾਂ ਅੱਜ ਪੂਰੇ ਲੋਕਾਂ ਨੇ ਲਗਾ ਦਿੱਤੇ ਨੇ। ਬਿਲਕੁਲ ਜੀ, ਲੋਕੀ ਬਸ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ 26 ਤਰੀਕ ਦਾ, ਔਰ ਫਟਾਫਟ ਝੰਡੇ ਲਾ ਰਹੇ ਆ ਔਰ ਮੋਦੀ ਸਰਕਾਰ ਦਾ ਬਹੁਤ ਵਿਰੋਧ ਕਰ ਰਹੇ। ਇਕੱਲੇ ਘਰਾਂ 'ਤੇ ਨਹੀਂ, ਗੱਡੀਆਂ 'ਤੇ, ਸਾਈਕਲਾਂ 'ਤੇ, ਮੋਟਰਸਾਈਕਲਾਂ 'ਤੇ, ਹਰ ਇੱਕ ਬਾਣ 'ਤੇ ਆਪਣੇ 'ਤੇ ਝੰਡਾ ਲਾ ਰਹੇ। ਪ੍ਰਧਾਨ ਜੀ, ਅਸਰ ਹੋਊਗਾ ਇਸ ਚੀਜ਼ ਦਾ? ਕਿਉਂਕਿ 6 ਮਹੀਨੇ ਹੋ ਗਏ ਦਿੱਲੀ ਦੀਆਂ ਬਰੂਹਾਂ ਤੇ ਕਿਸਾਨਾਂ ਨੂੰ ਬੈਠਿਆਂ ਨੂੰ, ਕੁਝ ਅਸਰ ਲੱਗਦਾ ਹੈ ਵੀ ਇਹ ਸੰਦੇਸ਼ ਦਿੱਲੀ ਦੇ ਦਰਬਾਰ ਦੇ ਵਿੱਚ ਜਾਊਗਾ ਇਸ ਚੀਜ਼? ਜਦੋਂ ਪੂਰੇ ਭਾਰਤ ਦੇ ਵਿੱਚ ਕਾਲਾ ਦਿਵਸ ਮਨਾਇਆ ਜਾਊਗਾ, ਤੇ ਕੀ ਮੇਰਾ ਖਿਆਲ ਕੋਈ ਬੇਸ਼ਰਮੀ ਦੀ ਵੀ ਹੱਦ ਹੁੰਦੀ ਆ, ਤੇ ਜੇ ਸਰਕਾਰ ਹੱਦ ਵੀ ਪਾਰ ਕਰਦੀ ਗੱਲ ਵੱਖਰੀ ਆ, ਪਰ ਬਹੁਤ ਵੱਡਾ ਵਿਰੋਧ ਆ ਔਰ ਸਰਕਾਰ ਨੂੰ ਇਸ ਗੱਲ ਨੂੰ ਮੰਨਣਾ ਚਾਹੀਦਾ। ਸ਼ਾਮ ਤੱਕ ਲੱਗਦਾ, ਸਵੇਰ ਤੋਂ ਝੰਡੇ ਤਾਂ ਲੱਗਣੇ ਤੁਹਾਡੇ ਪਿੰਡ 'ਚ ਵੀ ਸ਼ੁਰੂ ਹੋ ਗਏ ਨੇ, ਹੋਰ ਵੀ ਪਿੰਡਾਂ ਦੇ ਵਿੱਚ ਲੱਗ ਰਹੇ ਨੇ, ਸ਼ਾਮ ਤੱਕ ਕੋਈ ਲੱਗਦਾ ਹੈ ਵੀ ਸਰਕਾਰ ਦੇ ਕੰਨ 'ਤੇ ਜੂੰ ਸਿਰਕੂਗੀ ਅੱਜ? ਦੇਖੋ, ਸਰਕਾਰ ਬਿਆਨਬਾਜ਼ੀ ਕੀ ਕਰਦੀ ਰੱਬ ਜਾਣਦਾ, ਪਰ ਸਰਕਾਰ ਨੂੰ ਬਹੁਤ ਇਸ ਗੱਲੋਂ ਅੰਦਰੋਂ ਅੰਦਰੀ ਉਹਨਾਂ ਨੂੰ ਸ਼ਰਮ ਮਾਰੂਗੀ ਕਿ ਇੰਨਾ ਜ਼ਿਆਦਾ ਵਿਰੋਧ ਹੁਣ ਤਾਂ ਓਪਨ ਹੀ ਹੋ ਰਿਹਾ, ਔਰ ਬੋਲਦੇ ਕਿ ਕੁਛ ਮੁੱਠੀ ਭਰ ਕਿਸਾਨ ਬੈਠੇ ਆ। ਕੀ ਇਹ ਪੂਰੇ ਭਾਰਤ ਦੇ ਵਿੱਚ ਮੁੱਠੀ ਭਰ ਕਿਸਾਨ ਆ? ਔਰ ਜਿਹੜੀ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਇਲੈਕਸ਼ਨਾਂ 'ਚ, ਕੀ ਉਹ ਮੁੱਠੀ ਭਰ ਕਿਸਾਨਾਂ ਨੇ ਇਹਨੂੰ ਹਾਰ ਦਾ ਮੂੰਹ ਦਿਖਾ ਲਿਆ? ਇਸ ਕਰਕੇ ਪੂਰੇ ਭਾਰਤ ਦੇ ਵਿੱਚ ਬੀਜੇਪੀ ਸਰਕਾਰ ਦਾ ਵਿਰੋਧ ਹੋ ਰਿਹਾ ਔਰ ਹੁੰਦਾ ਰਹੇਗਾ ਜਿੰਨਾ ਚਿਰ ਉਹ ਸੰਘਰਸ਼ ਸਾਡੇ ਕਾਲੇ ਜਿਹੜੇ ਤਿੰਨੇ ਕਾਲੇ ਕਾਨੂੰਨ ਆ ਉਹ ਵਾਪਸ ਨਹੀਂ ਕਰਦੇ, ਰੱਦ ਨਹੀਂ ਕਰਦੇ, ਉਹਨਾਂ ਚਿਰ ਇਸੇ ਤਰ੍ਹਾਂ ਸੰਘਰਸ਼ ਜਾਰੀ ਰਹੇਗਾ। ਸਿੰਬੋਲਿਕ ਤੌਰ ਦੇ ਉੱਤੇ ਕਾਲੇ ਝੰਡੇ ਲਗਾ ਕੇ ਸਰਕਾਰ ਨੂੰ ਸੁਨੇਹਾ ਤਾਂ ਦੇਣ ਦਾ ਯਤਨ ਸ਼ੁਰੂ ਕਰ ਦਿੱਤਾ ਹੈ ਨਾ। ਇਹ ਪਿਛਲੇ 6 ਮਹੀਨੇ ਤੋਂ ਇਸੇ ਤਰੀਕੇ ਦੇ ਨਾਲ ਸਿਲਸਿਲਾ ਚੱਲ ਵੀ ਰਿਹਾ ਹੈ ਜੀ। ਬੀਜੇਪੀ ਇੱਕ ਪਾਸੇ ਕਹਿੰਦੀ ਅਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਹੈ, ਕਿਵੇਂ ਦੇਖਦੇ ਹੋ ਉਹਨਾਂ ਦੇ ਇਸ ਦਾਅਵੇ ਨੂੰ? ਦੇਖੋ ਜੀ, ਇਹ ਕਾਲੇ ਝੰਡੇ ਤੁਹਾਨੂੰ ਲੱਗਦਾ ਹੋਣਾ ਵੀ ਸਰਕਾਰ ਬਣ ਜਾਊਗੀ, ਮੇਰੇ ਖਿਆਲ ਤਾਂ ਪਿੰਡਾਂ 'ਚ ਆਉਣਾ ਹੀ ਮੁਸ਼ਕਿਲ ਆ।
ਉਹ ਸਰਕਾਰ ਤਾਂ ਕੀ ਬਣਾਉਣੀ ਆ, ਪਿੰਡਾਂ ਦੇ ਵਿੱਚ ਉਹਨਾਂ ਨੂੰ ਆਉਣਾ ਹੀ ਮੁਸ਼ਕਲ ਹੋ ਜਾਊਗਾ। ਪਿੰਡਾਂ ਦੇ ਵਿੱਚ ਵੋਟ ਤਾਂ ਕੀ ਪੈਣੀ ਆ, ਪਹਿਲਾਂ ਉਹਨਾਂ ਨੂੰ ਸਵਾਲਾਂ ਦੇ ਜਵਾਬ ਹੀ ਨਹੀਂ ਦੇ ਹੋਣੇ। ਸਾਡੇ 5-5 ਸਾਲ ਦਾ ਬੱਚਾ ਉਹਨਾਂ ਨੂੰ ਸਵਾਲ ਪੁੱਛੂਗਾ, ਉਹਨਾਂ ਨੂੰ ਕੋਈ ਜਵਾਬ ਨਹੀਂ ਆਊਗਾ। ਔਰ ਮੇਰੇ ਖਿਆਲ ਉਹਨਾਂ ਨੂੰ ਇਸ ਗੱਲ ਤੋਂ ਵੀ ਇੱਥੇ ਬਹੁਤ ਵੱਡੀ ਹਾਰ ਦਾ ਮੂੰਹ ਦੇਖਣਾ ਪਊਗਾ। ਗੁਰਪ੍ਰੀਤ ਸਿੰਘ ਅਟਵਾਲ ਨੌਜਵਾਨ ਕਿਸਾਨ ਆਗੂ ਨੇ। ਗੁਰਪ੍ਰੀਤ, ਕਿਵੇਂ ਦੇਖਦੇ ਹੋ ਅੱਜ ਦੇ ਦਿਹਾੜੇ ਨੂੰ ਲੈ ਕੇ ਉਤਸ਼ਾਹ ਕਿੱਦਾਂ ਦਾ ਹੈ? ਤੁਸੀਂ ਨੌਜਵਾਨਾਂ ਨੂੰ ਪਿਛਲੇ ਹਫ਼ਤੇ ਤੋਂ ਲਗਾਤਾਰ ਮਿਲ ਵੀ ਰਹੇ ਹੋ, ਝੰਡੀਆਂ ਵੀ ਪਹੁੰਚਾ ਰਹੇ ਸੀਗੇ, ਤਾਂ ਅੱਜ ਝੰਡੀਆਂ ਛੱਤਾਂ ਦੇ ਉੱਤੇ ਲਹਿਰਾ ਦਿੱਤੀਆਂ ਨੇ, ਕਿਵੇਂ ਦੇਖਦੇ ਹੋ? ਦੇਖੋ, ਉਤਸ਼ਾਹ ਤਾਂ ਜਦੋਂ ਤੋਂ ਵੀ ਸਾਡਾ ਸੰਘਰਸ਼ ਚੱਲ ਰਿਹਾ ਬਹੁਤ ਵੱਡੇ ਪੱਧਰ ਤੇ ਉਤਸ਼ਾਹ ਹੈਗਾ ਆ। ਪਰ ਇੱਕ ਗੱਲ ਸੋਚੀ ਵੀ ਜਾਵੇ ਵੀ ਅਸੀਂ ਅੱਜ ਕਾਲੇ ਝੰਡੇ ਕਿਉਂ ਲਹਿਰਾ ਰਹੇ ਹਾਂ। ਅਸੀਂ ਆਪਣਾ ਅੱਜ ਜਿਹੜਾ ਦੁੱਖ ਆ ਉਹ ਜ਼ਾਹਰ ਕਰ ਰਹੇ ਹਾਂ ਵੀ ਅੱਜ ਅਸੀਂ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਸਾਡੀਆਂ ਜ਼ਮੀਨਾਂ ਖੋਹਣ ਤੇ ਆ ਗਈ। ਅਸੀਂ ਅੱਜ ਇੰਨੇ ਦੁਖੀ ਹੋ ਗਏ, ਸਾਡੇ ਘਰਾਂ 'ਚ ਆ ਗਈ। ਅਸੀਂ ਉਹਦਾ ਵਿਰੋਧ ਕਰਨਾ ਚਾਹੁੰਦੇ ਆ ਤੇ ਵਿਰੋਧ ਦੇ ਵਿੱਚ ਅੱਜ ਕੋਈ ਇਦਾਂ ਦਾ ਘਰ ਨਹੀਂ ਹੈਗਾ ਜਿਹਨੇ ਕਾਲਾ ਝੰਡਾ ਨਹੀਂ ਲਹਿਰਾਇਆ। ਤੇ ਤੁਸੀਂ ਇਹ ਇਕੱਲੇ ਪੰਜਾਬ ਦੀ ਗੱਲ ਨਹੀਂ, ਆਲ ਇੰਡੀਆ ਦੇ ਵਿੱਚ ਤਾਂ ਗੱਲ ਹੁੰਦੀ ਤੁਸੀਂ ਬਾਹਰ ਅਮਰੀਕਾ ਕੈਨੇਡਾ ਦੇ ਵੀ ਦੇਖ ਲਿਓ, ਉੱਥੇ ਵੀ ਜਿਹੜੇ ਸਾਡੇ ਵਸਦੇ ਭਰਾ ਆ ਉਹ ਵੀ ਕਾਲੇ ਝੰਡੇ ਉੱਥੇ ਲਹਿਰਾਉਣਗੇ। ਉਹ ਸਿਰਫ ਵਿਰੋਧ ਹੋਊਗਾ ਨਰਿੰਦਰ ਮੋਦੀ ਦਾ, ਉਹਦੀ ਭਾਜਪਾ ਸਰਕਾਰ ਦਾ ਜਿਹੜੀ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਆ। ਇੱਕ ਚੀਜ਼ ਦਾ ਚੇਤਾ ਰੱਖਿਓ, ਜਿਹੜੀ ਅੱਤ ਤੇ ਅੰਤ ਇਹ ਦੋ ਚੀਜ਼ਾਂ ਦਾ ਫਰਕ ਥੋੜ੍ਹਾ ਹੀ ਹੁੰਦਾ ਆ। ਜਿਹੜੀ ਮੋਦੀ ਨੇ ਅੱਤ ਚੱਕੀ ਹੋਈ ਹੈ ਨਾ, ਇਹਦਾ ਜਿਹੜਾ ਸਮਾਂ ਆ ਉਹ ਅੰਤ ਆਉਣ ਵਾਲਾ ਆ ਥੋੜ੍ਹੇ ਚਿਰ ਦੇ ਵਿੱਚ। ਇਹਨੂੰ ਇੱਦਾਂ ਦੀ ਮੂੰਹ ਦੀ ਖਾਣੀ ਪਊਗੀ ਕਿਉਂਕਿ ਜਿਹੜੀ ਸਾਡਾ ਪੰਜਾਬ ਹੈ ਗੁਰੂ ਮਹਾਰਾਜ ਦੀ ਧਰਤੀ ਆ, ਚਰਨ ਛੋਹ ਪ੍ਰਾਪਤ ਆ, ਇੱਥੋਂ ਅੱਜ ਤੱਕ ਕਦੀ ਕੋਈ ਜਿੱਤ ਕੇ ਨਹੀਂ ਗਿਆ। ਤੇ ਮੋਦੀ ਵੀ ਜਿਹੜਾ ਆ ਆਉਣ ਵਾਲੇ ਦਿਨਾਂ 'ਚ ਬਹੁਤ ਮਾੜਾ ਇਹਦਾ ਹਸ਼ਰ ਆਊਗਾ। ਜਿਵੇਂ ਘਰਾਂ ਦੇ ਉੱਤੇ ਪਹਿਲਾਂ ਲੀਡਰ ਕਹਿੰਦੇ ਹੁੰਦੇ ਸੀ ਵੀ ਝੰਡੀਆਂ ਬੰਦ ਹੋ ਸਾਡੀਆਂ ਪਾਰਟੀ ਦੀਆਂ, ਅੱਜ ਕਾਲੇ ਝੰਡੇ ਲਹਿਰਾ ਦਿੱਤੇ ਨੇ ਕਿਸਾਨਾਂ ਦੇ ਕਹਿਣ ਦੇ ਉੱਤੇ। ਕਿਵੇਂ ਦੇਖ ਰਹੇ ਹੋ? ਬਦਲਾਅ ਆਇਆ ਲੋਕਾਂ ਦੇ ਵਿੱਚ, ਮਹਿਸੂਸ ਹੁੰਦਾ? ਤੁਸੀਂ ਕਿਸਾਨੀ ਸੰਘਰਸ਼ ਦੇ ਨਾਲ ਸ਼ੁਰੂ ਤੋਂ ਜੁੜੇ ਹੋ, ਬਦਲਾਅ ਮਹਿਸੂਸ ਹੁੰਦਾ ਤੁਹਾਨੂੰ? ਦੇਖੋ, ਜਿਹੜੇ ਹੈ ਨਾ ਆਪਾਂ ਲੀਡਰਾਂ ਦੀ ਗੱਲ ਕਰਦੇ, ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ। ਉਦੋਂ ਹੈ ਨਾ ਕੁਝ ਬੰਦੇ ਨਿਊਟਰਲ ਹੁੰਦੇ ਸੀ, ਉਹ ਨਾ ਤਾਂ ਇੱਕ ਪਾਰਟੀ ਦਾ ਲਾਉਂਦੇ ਸੀ ਨਾ ਦੂਜੀ ਪਾਰਟੀ ਦਾ ਲਾਉਂਦੇ ਸੀ। ਜਿਹੜੇ ਕੋਈ ਲੀਡਰ ਹੁੰਦੇ ਸੀ ਉਹ ਜਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਸੀ ਉਹਦਾ ਲਾਉਂਦੇ ਹੁੰਦੇ ਸੀ। ਕੁਛ ਜਿਹੜਾ ਅੱਧਾ ਕੁ ਪਿੰਡ ਇੱਦਾਂ ਦਾ ਹੁੰਦਾ ਨਿਊਟਰਲ ਚੱਲਦਾ ਹੁੰਦਾ ਸੀ, ਪਤਾ ਨਹੀਂ ਹੁੰਦਾ ਸੀ ਕਿਹੜੀ ਪਾਰਟੀ ਦੇ ਨਾਲ ਆ। ਪਰ ਕਾਲਾ ਝੰਡਾ ਹਰੇਕ ਦੇ ਘਰ ਲੱਗਾ। ਅੱਜ ਪਾਰਟੀਆਂ ਨਾਲੋਂ ਬਹੁਤ ਅੱਗੇ ਚੱਲ ਗਏ ਆਪਾਂ ਲੋਕ। ਇਹਦੇ ਵਿੱਚ ਇੱਕ ਤਾਂ ਮੈਂ ਮੋਦੀ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਜਿਹੜਾ ਤੂੰ ਪੰਜਾਬ ਸੁੱਤਾ ਪਿਆ ਸੀਗਾ ਉਹ ਅੱਜ ਪੰਜਾਬ ਜਗਾਤਾ। ਜਿਹੜਾ ਪੰਜਾਬ ਦੀ ਹੋਂਦ ਸੀਗੀ, ਆਪਣੀ ਹੋਂਦ ਅੱਜ ਪੰਜਾਬ, ਜਿਹਨੂੰ ਨਸ਼ੇੜੀ ਕਹਿੰਦੇ ਸੀ ਪੰਜਾਬ, ਅੱਜ ਉਹਨੇ ਦੱਸ ਦਿੱਤਾ ਵੀ ਮੈਂ ਨਸ਼ੇੜੀ ਹਾਂ। ਅੱਜ ਜੇ ਕਰੋਨਾ ਦੀ ਮਾਰ ਆਈ ਤਾਂ ਪੰਜਾਬੀ ਮੋਹਰੇ ਹੋ ਗਏ। ਜੇ ਅੱਜ ਕਿਤੇ ਲੰਗਰ ਛਕਾਉਣ ਦੀ ਵਾਰੀ ਆਈ ਤਾਂ ਉੱਥੇ ਅੱਜ ਮੋਹਰੇ ਹੋ ਗਏ। ਜਿਹੜਾ ਪੰਜਾਬ ਆ ਇਹ ਕਦੀ ਵੀ ਹਾਰ ਨਹੀਂ ਸਕਦਾ। ਕਾਲੇ ਝੰਡੇ ਹਰੇਕ ਦੇ ਘਰ ਤੇ ਲੱਗੇ ਆ। ਪਾਰਟੀਆਂ ਦੇ ਝੰਡੇ 100 ਦੇ ਵਿੱਚੋਂ 50 ਦੇ ਘਰ ਤੇ ਹੁੰਦੇ ਸੀ, 50 ਬੰਦਿਆਂ ਦੇ ਨਹੀਂ ਹੁੰਦੇ, ਪਰ ਅੱਜ ਕਾਲਾ ਝੰਡਾ 100 ਦਾ 100 ਦੇ ਘਰ ਤੇ ਲੱਗਾ ਹੈ। ਬੀਜੇਪੀ ਦੇ ਲੀਡਰ ਅਜੇ ਵੀ ਦਾਅਵਾ ਕਰਦੇ ਨੇ, ਕਹਿੰਦੇ ਝੰਡੇ ਬੀਜੇਪੀ ਦੇ ਹੀ ਲਹਿਰਾਉਣਗੇ 2022 ਦੀਆਂ ਇਲੈਕਸ਼ਨਾਂ ਦੇ ਵਿੱਚ, ਸਰਕਾਰ ਬਣਾਵਾਂਗੇ ਪੰਜਾਬ ਦੇ ਵਿੱਚ। ਝੰਡੇ ਤਾਂ ਬਹੁਤ ਦੂਰ ਦੀ ਗੱਲ ਹੈ, ਬੀਜੇਪੀ ਦਾ ਲੀਡਰ ਵੀ ਲਹਿਰਾਊਗਾ ਇੱਥੇ ਕੋਈ। ਝੰਡੇ ਤਾਂ ਤੁਸੀਂ ਛੱਡੋ। ਜਿਹੜਾ ਹਰਜੀਤ ਗਰੇਵਾਲ ਸੀ ਉਹਨੇ ਇੱਕ ਦਿਨ ਲੱਖੋਵਾਲ ਸਾਹਿਬ ਨੂੰ ਚੈਲੰਜ ਕੀਤਾ ਸੀ, ਪਰ ਮੈਂ ਅੱਜ ਖੁੱਲ੍ਹਾ ਚੈਲੰਜ ਕਰਦਾ ਤੁਹਾਡੇ ਚੈਨਲ ਦੇ ਥਰੂ। ਸਮਾਂ ਵੀ ਉਹਦਾ, ਟਾਈਮ ਵੀ ਉਹਦਾ, ਡਾਂਗ ਮੇਰੀ ਹੋਊਗੀ। ਜਿੱਥੇ ਮਰਜ਼ੀ ਆ ਜਾਵੇ ਹਰਜੀਤ ਗਰੇਵਾਲ, ਸਾਨੂੰ ਇੱਦਾਂ ਦਾ ਕੋਈ ਡਰ ਨਹੀਂ ਉਹਦਾ। ਉਹ ਕਹਿੰਦਾ ਸੀ ਇਕੱਲੇ ਨਾਲ ਇਕੱਲਾ ਆਉਣਾ, ਅਸੀਂ ਇਕੱਲੇ ਨਾਲ ਇਕੱਲੇ ਨੂੰ ਤਿਆਰ ਹਾਂ, ਬੰਦੇ ਲੈ ਕੇ ਆਉਣਾ, ਬੰਦੇ ਲੈ ਕੇ ਆਉਣ ਨੂੰ ਵੀ ਤਿਆਰ ਹਾਂ। ਪਰ ਇੱਦਾਂ ਕੁਝ ਜਿਹੀਆਂ ਹਰਕਤਾਂ ਇਹ ਚੰਗੀਆਂ ਨਹੀਂ ਲੱਗਦੀਆਂ। ਆਪਣੇ ਆਪ ਨੂੰ ਇੱਕ ਤਾਂ ਲੀਡਰ ਕਹਿੰਦੇ ਆ। ਜੇ ਤੁਸੀਂ ਪਰਜਾ ਦੇ ਨਹੀਂ ਹੋ ਸਕੇ ਤਾਂ ਲੀਡਰ ਕਾਹਦੇ? ਲੀਡਰ ਉਹ ਹੁੰਦਾ ਜਿਹੜਾ ਪਰਜਾ ਦਾ ਦੁੱਖ ਸਮਝੇ, ਪਰਜਾ 'ਚ ਆ ਕੇ ਬੈਠੇ। ਜੇ ਤੁਸੀਂ ਉਹਦਾ ਦੁੱਖ ਹੀ ਨਹੀਂ ਸਮਝਣਾ। ਹੁਣ ਇੱਕ ਚੀਜ਼ ਆ ਜੀ, ਤੁਸੀਂ ਦੇਖੋ ਕਿ ਜੇ ਆਪਾਂ ਇਸ ਟਾਈਮ ਰੋਟੀ ਖਾ ਲਈ ਆ, ਰੋਟੀ ਖਾਣ ਤੋਂ ਬਾਅਦ ਰੱਜੇ ਬੰਦੇ ਨੂੰ ਹੋਰ ਰਜਾਈ ਜਾਣਾ ਤਾਂ ਉਹ ਬਿਮਾਰ ਹੀ ਹੋਊਗਾ। ਜਦ ਅਸੀਂ ਚਾਹੁੰਦੇ ਵੀ ਸਾਨੂੰ ਕਾਨੂੰਨ ਚਾਹੀਦੇ ਨਹੀਂ ਤੇ ਸਾਨੂੰ ਕਿਉਂ ਦਿੱਤੇ ਜਾਣ? ਸਾਡੀਆਂ ਸਤਿਕਾਰਯੋਗ ਆਂਗਣਵਾੜੀ ਵਰਕਰ ਸਾਨੂੰ ਜਿਹੜੇ ਮੰਗ ਰਹੀਆਂ ਮੰਗਾਂ ਉਹਨਾਂ ਨੂੰ ਮੰਨ ਨਹੀਂ ਰਹੇ। ਟੀਚਰ ਸਾਹਿਬਾਨ ਦੇ ਤੁਸੀਂ ਮੰਗ ਨਹੀਂ ਰਹੇ। ਇਹ ਸਾਰੇ ਜਿਹੜੇ ਰਲੇ ਹੋਏ ਆ, ਸੈਂਟਰ ਦੀ ਸਰਕਾਰ ਲਾ ਲਓ, ਪੰਜਾਬ ਦੀ ਲਾ ਲਓ। ਪੰਜਾਬ ਦੀ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ 31 ਨਵੰਬਰ ਜਿਹੜੀ ਲੰਘ ਕੇ ਗਈ ਆ ਉਸ ਦਿਨ ਅਸੀਂ ਗੰਨੇ ਦਾ ਰੇਟ ਵਧਾਵਾਂਗੇ। ਸਾਡੀ ਜਿਹੜੀ ਬਿਲਟ ਆ ਦੁਆਬੇ ਦੀ ਗੰਨੇ ਨੂੰ ਬਹੁਤ ਬਿਲੋਂਗ ਕਰਦੇ, ਪਰ ਉਹਨਾਂ ਨੇ ਹਾਲੇ ਤੱਕ ਗੰਨੇ ਦਾ ਰੇਟ ਨਹੀਂ ਵਧਾਇਆ। ਪਰ ਅਸੀਂ ਆਉਣ ਵਾਲੇ ਦਿਨਾਂ 'ਚ ਕੈਪਟਨ ਸਾਹਿਬ ਨੂੰ ਸੁਚੇਤ ਕਰ ਦੇਣਾ ਚਾਹੁੰਦੇ ਕਿ ਇੱਦਾਂ ਦਾ ਸਮਾਂ ਨਾ ਆਵੇ ਕਿ ਦਿੱਲੀ ਤਾਂ ਅਸੀਂ ਘੇਰੀ ਆ, ਨਾਲ ਚੰਡੀਗੜ੍ਹ ਵੀ ਸਾਨੂੰ ਤੇ ਪਟਿਆਲਾ ਵੀ ਘੇਰਨਾ ਪਵੇ। ਜੋ ਕਿਸਾਨਾਂ ਦਾ ਬਣਦਾ ਹੱਕ ਆ ਉਹਨਾਂ ਨੂੰ ਉਹ ਸਮੇਂ ਸਿਰ ਦਿੱਤਾ ਜਾਵੇ। ਤੇ ਜਿਹੜੀ ਸਰਕਾਰ ਜਾਂ ਕਿਸਾਨ ਆ ਜਿਹੜਾ ਸਮਾਂ ਚੱਲ ਰਿਹਾ ਆ, ਇੱਕ ਤਾਂ ਕੋਵਿਡ ਦਾ ਚੱਲ ਰਿਹਾ ਆ, ਪਰ ਕੋਵਿਡ ਵੀ ਬਹੁਤ ਸਿਆਣਾ ਆ। ਉਹ ਵੀ ਉੱਥੇ ਆਉਂਦਾ ਜਿੱਥੇ ਇਲੈਕਸ਼ਨਾਂ ਨਹੀਂ ਹੁੰਦੀਆਂ। ਪੱਛਮ ਬੰਗਾਲ ਦੇ ਵਿੱਚ ਲਾ ਲਓ, ਉੱਥੇ ਮੋਦੀ ਹੁਣੀ ਰੈਲੀਆਂ ਕਰਦੇ ਰਹੇ, ਉੱਥੇ ਕੋਈ ਇਲੈਕਸ਼ਨਾਂ ਸੀਗੀਆਂ, ਹੁਣ ਉੱਥੋਂ ਇਲੈਕਸ਼ਨਾਂ ਹਟ ਗਈਆਂ, ਉੱਥੇ ਵੀ ਇਹਨੂੰ ਮੂੰਹ ਦੀ ਖਾਣੀ ਪਈ ਆ। ਜੇ ਸਾਡੇ ਇਹਨੇ ਨਾ ਮੰਨਿਆ ਯੂਪੀ 'ਚ ਆਈਆਂ ਜਾਂ ਪੰਜਾਬ ਦੀ ਤਾਂ ਗੱਲ ਛੱਡੋ, ਪੰਜਾਬ ਦੀ ਤਾਂ 117 ਇਹਨਾਂ ਨੂੰ ਕੈਂਡੀਡੇਟ ਹੀ ਨਹੀਂ ਲੱਭਣੇ। ਜੇ ਮੈਂ ਦਾਅਵੇ ਨਾਲ ਗੱਲ ਕਹਿ ਸਕਦਾ ਕਿ 117 ਇਹਨਾਂ ਨੂੰ ਕੈਂਡੀਡੇਟ ਹੀ ਨਹੀਂ ਲੱਭਣੇ। ਸਰਕਾਰ ਬਣਾਉਣ ਦੀ ਤਾਂ ਇਹ ਕੋਈ ਗੱਲ ਹੀ ਛੱਡ ਹੀ ਦੇਣ, ਹੈ ਨਾ, ਮਤਲਬ ਕਿ ਕੋਈ ਵਰਕਾ ਹੀ ਪਾੜ ਦੇਣੇ। ਇਹ ਗੱਲ ਆਖਰੀ ਸਵਾਲ ਲਊਂਗਾ ਗੁਰਪ੍ਰੀਤ,
ਕਹਿੰਦੇ ਸੀਗੇ ਪਹਿਲਾਂ ਜਦੋਂ ਸੰਘਰਸ਼ ਸ਼ੁਰੂ ਹੋਇਆ ਕਹਿੰਦੇ ਵੀ 2-4 ਮਹੀਨੇ 'ਚ ਚਲੇ ਜਾਣਗੇ ਜਾਂ ਕੁਝ ਦਿਨਾਂ ਦੇ ਵਿੱਚ ਚਲੇ ਜਾਣਗੇ, ਫਿਰ ਕਹਿੰਦੇ ਠੰਡ ਆ ਗਈ ਹੈ ਸਿਆਲਾਂ ਦੇ ਵਿੱਚ ਚਲੇ ਜਾਣਗੇ, ਮੁੜ ਕੇ ਗਰਮੀਆਂ ਆ ਗਈਆਂ ਨੇ। ਦਿੱਲੀ ਦੇ ਹਾਲਾਤ ਵੀ ਦੇਖ ਰਹੇ ਆ, ਮੀਂਹ ਝੱਖੜ ਹਨੇਰੀ ਵੀ ਆਇਆ, ਟੈਂਟ ਵੀ ਉੱਡ ਗਏ, ਪਰ ਕਿਸਾਨ ਟਸ ਤੋਂ ਮਸ ਨਹੀਂ ਹੋਏ। ਇਸ ਚੀਜ਼ ਦੇ ਉੱਤੇ ਆਖਰੀ ਸਵਾਲ ਦਾ ਇਸ ਜਵਾਬ ਚਾਹੂੰਗਾ ਸੰਖੇਪ ਸ਼ਬਦਾਂ 'ਚ। ਜਦੋਂ ਹੁਣ ਗਾਂ ਗਰਮੀ ਦੇ ਦਿਨ ਆ ਗਏ ਆ, ਸੂਰਜ 50 ਡਿਗਰੀ ਤੇ ਹੋਣਾ, ਜਿਹੜਾ ਅਸੀਂ ਝੋਨਾ ਲਾਉਣਾ ਉਹ ਪਾਣੀ ਜਿਹੜਾ ਉਹ ਤੋਂ ਵੀ ਜ਼ਿਆਦਾ ਗਰਮ ਹੁੰਦਾ ਕਿਉਂਕਿ ਪਾਣੀ ਖੜਾ ਹੁੰਦਾ ਝੋਨੇ ਦੇ ਖੇਤ ਦੇ ਵਿੱਚ। ਅਸੀਂ ਨੰਗੇ ਪੈਰੀ ਝੋਨੇ ਦੇ ਖੇਤ 'ਚ ਹੁੰਦੇ ਆ, ਸਿਰ 'ਤੇ ਵੀ ਗਰਮੀ, ਪੈਰਾਂ 'ਚ ਵੀ ਗਰਮੀ। ਅਸੀਂ ਉਸ ਚੀਜ਼ ਦੀ ਪਰਵਾਹ ਨਹੀਂ ਕੀਤੀ। ਉਹਦੀ ਕੀ ਕਰਾਂਗੇ, ਜਿਹੜਾ ਆਉਣ ਵਾਲਾ ਸਿਆਲ ਅਗਲੀ ਇੱਕ ਸਰਦੀਆਂ ਲੰਘ ਗਈਆਂ, ਅਗਲੀਆਂ ਸਰਦੀਆਂ ਲਈ ਵੀ ਅਸੀਂ ਅਰੇਂਜਮੈਂਟ ਕੀਤਾ। ਅਸੀਂ ਕੰਬਲ ਰਜਾਈਆਂ ਜਿਹੜੀਆਂ ਸਾਡੇ ਕੋਲ ਸੀਗੀਆਂ ਅਸੀਂ ਉਹ ਸਿੱਟੀਆਂ ਨਹੀਂਆਂ, ਅਸੀਂ ਅਗਲੀਆਂ ਰਜਾਈਆਂ ਲਈ ਵੀ ਉਹ ਸਿਆਲਾਂ ਦੀ ਸਾਂਭ ਕੇ ਰੱਖੀਆਂ ਕਿ ਸਾਨੂੰ ਲੋੜ ਪੈ ਸਕਦੀ ਆ। ਜਿਹੜੇ ਅਸੀਂ ਹੁਣ ਏਸੀ ਲਾਏ ਆ, ਸੋਲਰ ਸਿਸਟਮ ਲਾਏ ਆ, ਇਹ ਗਾਂ ਦੀਆਂ ਗਰਮੀਆਂ ਲਈ ਵੀ। ਜਿੰਨਾ ਚਿਰ ਮੋਦੀ ਹਾਰ ਨਹੀਂ ਮੰਨਦਾ, ਵਾਹਿਗੁਰੂ ਦੀ ਕਿਰਪਾ ਨਾਲ, ਉਸ ਅਕਾਲ ਪੁਰਖ ਦੇ ਓਟ ਆਸਰੇ ਨਾਲ ਅੱਜ ਮੈਂ ਤੁਹਾਡੇ ਚੈਨਲ ਦੇ ਥਰੂ ਇਹ ਗੱਲ ਕਹਿਣਾ, ਚੇਤੇ ਰੱਖਿਓ ਮੇਰੀ, ਜਦੋਂ ਜਿੱਤਾਂਗੇ ਆਪਾਂ ਫੇਰ ਮਿਲਾਂਗੇ। ਉਸ ਅਕਾਲ ਪੁਰਖ ਦੇ ਓਟ ਆਸਰੇ ਦੇ ਨਾਲ ਪੰਜਾਬ ਜਿੱਤ ਕੇ ਆਊਗਾ, ਮੋਦੀ ਦੀ ਹਾਰ 100% ਹੋਊਗਾ। ਤਾਂ ਬਿਲਕੁਲ ਨੌਜਵਾਨਾਂ ਦੇ ਵਿੱਚ ਪੂਰਾ ਜੋਸ਼ ਹੈ। ਇੱਕ ਪਾਸੇ ਨੌਜਵਾਨ ਤੁਸੀਂ ਦੇਖ ਰਹੇ ਸੀ ਕਾਲੀਆਂ ਝੰਡੀਆਂ ਲਹਿਰਾ ਰਹੇ ਸੀਗੇ, ਤਾਂ ਇਹੀ ਨੌਜਵਾਨ ਲਗਾਤਾਰ ਪਿੰਡਾਂ ਦੇ ਵਿੱਚ ਜੋ ਪਿਛਲੇ ਕਈ ਦਿਨਾਂ ਤੋਂ ਝੰਡੇ ਵੀ ਸਪਲਾਈ ਕਰ ਰਹੇ ਸੀਗੇ, ਕਈ ਦਿਨਾਂ ਤੋਂ ਝੰਡੇ ਸਪਲਾਈ ਕਰ ਰਹੇ ਸੀਗੇ। ਤਾਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਗਾਰੇ ਲਗਾ ਕੇ ਇਹ ਲਗਾਤਾਰ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ। ਘਰਾਂ ਦੇ ਉੱਤੇ ਕਾਲੀਆਂ ਝੰਡੀਆਂ ਲਗਾ ਕੇ ਰੋਸ ਜ਼ਾਹਰ ਕਰ ਰਹੇ ਨੇ। ਤਾਂ ਇਹ ਤਸਵੀਰਾਂ ਤੁਹਾਨੂੰ ਜਲੰਧਰ ਦੇ ਪਿੰਡ ਕਿਸ਼ਨਗੜ੍ਹ ਦੀਆਂ ਦਿਖਾਈਆਂ, ਜਿੱਥੇ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਕਾਲਾ ਦਿਵਸ ਬੜੇ ਜੋਸ਼ ਦੇ ਨਾਲ ਮਨਾਇਆ ਗਿਆ ਤੇ ਸਿੱਧੇ ਤੌਰ ਦੇ ਉੱਤੇ ਸਰਕਾਰ ਨੂੰ ਇੱਕ ਵਾਰ ਫਿਰ ਚੈਲੰਜ ਕੀਤਾ ਹੈ ਕਿ ਜਿੰਨੀ ਜਲਦੀ ਹੋ ਸਕਦਾ ਕਿਸਾਨਾਂ ਦੀਆਂ ਮੰਗਾਂ ਮੰਨੋ ਔਰ ਕਿਸਾਨ ਆਪਣੇ ਘਰਾਂ ਨੂੰ ਵਾਪਸ ਪਰਤਣ। ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਕਿਸ਼ਨਗੜ੍ਹ।